ਸਾਦਾ ਅਤੇ ਆਮ ਫਹਿਮ ਜ਼ੁਬਾਨ ਬਾਰੇ ਅਸੀਂ ਗੱਲ ਕਰ ਰਹੇ ਸੀ। ਇੱਕ ਉਸਤਾਦ ਹੋਣ ਦੇ ਨਾਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਦਾ ਅਤੇ ਆਮ ਫਹਿਮ ਅੰਦਾਜ਼ ਵਿੱਚ ਕੀਤੀ ਜਾਣ ਵਾਲੀ ਇਲਮੀ ਗੱਲ ਇਨਸਾਨ ਦੇ ਦਿਮਾਗ 'ਤੇ ਬੜਾ ਚੰਗਾ ਅਸਰ ਰੱਖਦੀ ਹੈ। ਨੰਬਰ 2, ਡਾਕਟਰ ਸਾਹਿਬ ਹੋਰਾਂ ਨੇ ਆਪਣੀ ਲਿਖਤਾਂ ਵਿੱਚ ਆਪਣੇ ਵਤਨ ਨਾਲ ਬਹੁਤ ਜ਼ਿਆਦਾ ਮੁਹੱਬਤ ਦਾ ਇਜ਼ਹਾਰ ਕੀਤਾ ਹੈ। ਇਸ ਮੁਹੱਬਤ ਦਾ ਇਜ਼ਹਾਰ ਉਹ ਆਪਣੀਆਂ ਲਿਖਤਾਂ ਵਿੱਚ ਕਰਦੇ ਰਹਿੰਦੇ ਨੇ ਔਰ ਇਹ ਅੰਸਰ ਉਹਨਾਂ ਦੀਆਂ ਕਿਤਾਬਾਂ ਵਿੱਚ ਸਾਨੂੰ ਸਾਫ਼ ਵਿਖਾਈ ਦਿੰਦਾ ਹੈ। ਡਾਕਟਰ ਸਾਹਿਬ ਹੋਰੀ ਵਜ਼ਾਹਤ ਦੇ ਬਹੁਤ ਜ਼ਿਆਦਾ ਮਾਹਿਰ ਨੇ। ਉਹ ਆਪਣੀਆਂ ਲਿਖਤਾਂ ਰਾਹੀਂ ਆਪਣਾ ਮੌਕਫ ਬੜੀ ਵਜ਼ਾਹਤ ਨਾਲ ਪੇਸ਼ ਕਰਦੇ ਨੇ ਔਰ ਉਹਨਾਂ ਨੇ ਅਕਸਰ ਪੰਜਾਬੀ ਕਿਤਾਬਾਂ ਵਿੱਚ ਲਿਖਾਰੀਆਂ ਦੇ ਕਲਾਮ ਦੀ ਤਸ਼ਰੀਹ ਵੀ ਕੀਤੀ ਹੈ ਅਤੇ ਕਲਾਸੀਕਲ ਸ਼ਾਇਰਾਂ ਦੇ ਕਲਾਮ ਦੀਆਂ ਕਈ ਪਰਤਾਂ ਵੀ ਖੋਲ੍ਹੀਆਂ ਨੇ। ਡੂੰਘਾ ਮੁਤਾਲਾ ਜਿਹੜਾ ਹੈ ਉਹ ਵੀ ਉਹਨਾਂ ਦੇ ਫਨੀ ਫਿਕਰੀ ਵੇਰਵੇ ਨੂੰ ਪੇਸ਼ ਕਰਦਾ ਹੈ ਕਿ ਉਹ ਗੱਲ ਨੂੰ ਬੜੀ ਵਜ਼ਾਹਤ ਨਾਲ ਔਰ ਪੂਰੇ ਅਦਬੀ ਦਬਦਬੇ ਦੇ ਨਾਲ ਬਿਆਨ ਕਰਨ ਦਾ ਫਨ ਰੱਖਦੇ ਨੇ। ਉਹਨਾਂ ਦੇ ਕੋਲ ਬਹੁਤ ਜ਼ਿਆਦਾ ਇਲਮੀ ਮੁਤਾਲਾ ਮੌਜੂਦ ਹੈ ਜਿਹੜਾ ਕਿ ਉਹਨਾਂ ਦੀ ਹਰ ਲਿਖਤ ਵਿੱਚੋਂ ਝਾਂਕਦਾ ਹੈ। ਇਹ ਡਾਕਟਰ ਮੁਹੰਮਦ ਬਸ਼ੀਰ ਹੋਰਾਂ ਦਾ ਇੱਕ ਫਨੀ ਫਿਕਰੀ ਜਾਇਜ਼ਾ ਸੀ ਜਿਹੜਾ ਕਿ ਅਸੀਂ ਪੇਸ਼ ਕੀਤਾ। ਹੁਣ ਅਸੀਂ ਇਸ ਆਪਣੇ ਸਬਕ ਦੇ ਮੁਖਤਲਿਫ ਸ਼ਾਰਟ ਕੁਐਸਚਨ ਜਿਹੜੇ ਨੇ ਉਹ ਮੈਂ ਤੁਹਾਨੂੰ ਲਿਖਵਾਉਂਦੀ ਹਾਂ, ਤੁਸੀਂ ਉਹਨਾਂ ਤੋਂ ਆਪਣੀ ਕਿਤਾਬ ਕਾਪੀ ਵਿੱਚ ਲਿਖ ਲਓ। ਪਹਿਲਾ ਸਵਾਲ ਲਿਖੋ, ਜ਼ਰਾਅਤ ਕਹਾਣੀ ਦਾ ਸਬਕ ਕਿਸ ਲਿਖਾਰੀ ਨੇ ਲਿਖਿਆ ਹੈ। ਨੰਬਰ 2, ਜ਼ਮੀਨ ਦੇ ਇਲਮਾਂ ਦੇ ਮਾਹਿਰਾਂ ਦੇ ਮੁਤਾਬਿਕ ਜ਼ਮੀਨ ਦਾ ਕੁੱਲ ਰਕਬਾ ਕਿੰਨਾ ਹੈ। ਜ਼ਮੀਨ ਦਾ ਕਿੰਨਾ ਹਿੱਸਾ ਜ਼ਰਾਅਤ ਲਈ ਇਸਤੇਮਾਲ ਹੋ ਰਿਹਾ ਹੈ। ਗ਼ਜ਼ਾ ਕਿਹਨਾਂ ਦੋ ਸ਼ੈਵਾਂ ਨਾਲ ਮਿਲ ਕੇ ਬਣਦੀ ਹੈ। ਗ਼ਜ਼ਾ ਕਿਹਨਾਂ ਦੋ ਸ਼ੈਵਾਂ ਨਾਲ ਮਿਲ ਕੇ ਬਣਦੀ ਹੈ। ਸਭ ਤੋਂ ਪਹਿਲਾਂ ਜ਼ਰਾਅਤ ਵਾਸਤੇ ਪਾਣੀ ਕਿਸ ਤਰ੍ਹਾਂ ਇਕੱਠਾ ਕੀਤਾ ਗਿਆ। ਅਗਲਾ ਸਵਾਲ ਲਿਖੋ, ਜ਼ਰਾਅਤ ਦਾ ਪਹਿਲਾ ਜੁਜ਼ ਕਿਹੜਾ ਸੀ। ਅਗਲਾ ਸਵਾਲ ਲਿਖੋ, ਜ਼ਰਾਅਤ ਦਾ ਪਹਿਲਾ ਬੜਾ ਇਨਕਲਾਬ ਕਿਹੜਾ ਸੀ। ਅਗਲਾ ਸਵਾਲ, ਸ਼ੁਰੂ ਦੇ ਟਾਈਮ ਵਿੱਚ ਵਾਹੀਵਾਨ ਨੂੰ ਯਾਨੀ ਕਿਸਾਨ ਨੂੰ ਕੀ ਕਹਿ ਕੇ ਬੁਲਾਇਆ ਜਾਂਦਾ ਸੀ। ਲੋਕਾਂ ਨੇ ਪਾਣੀ ਹਾਸਿਲ ਕਰਨ ਲਈ ਕਿਸ ਤਰ੍ਹਾਂ ਛੋਟੀਆਂ-ਛੋਟੀਆਂ ਖੂਹੀਆਂ ਬਣਾਈਆਂ। ਅਗਲਾ ਸਵਾਲ ਲਿਖੋ, ਝਲਾਰ ਕਿਸ ਨੂੰ ਆਖਦੇ ਨੇ। ਝਲਾਰ ਕਿਸ ਨੂੰ ਆਖਦੇ ਨੇ। ਜ਼ਰਾਅਤ ਦਾ ਦੂਸਰਾ ਜੁਜ਼ ਕਿਹੜਾ ਹੈ। ਪੰਜਾਬ ਦੀ ਸਭ ਤੋਂ ਬੜੀ ਫਸਲ ਕਿਹੜੀ ਹੈ। ਪੰਜਾਬ ਦੀ ਸਭ ਤੋਂ ਬੜੀ ਫਸਲ ਕਿਹੜੀ ਹੈ। ਕਣਕ ਪੰਜਾਬ ਦੀਆਂ 4 ਬੜੀਆਂ ਫਸਲਾਂ ਦੇ ਨਾਮ ਲਿਖੋ। ਪੰਜਾਬ ਦੀਆਂ 4 ਬੜੀਆਂ ਫਸਲਾਂ ਦੇ ਨਾਮ ਲਿਖੋ। ਅਗਲਾ ਸਵਾਲ, ਮੂੰਜੀ ਕਿਸ ਤਰ੍ਹਾਂ ਲਗਾਈ ਜਾਂਦੀ ਹੈ।
ਪਾਕਿਸਤਾਨ ਦੀ ਕਿਸੇ ਰੇਸ਼ੇਦਾਰ ਫਸਲ ਦਾ ਨਾਮ ਤਹਿਰੀਰ ਕਰੋ। ਪਾਕਿਸਤਾਨ ਦੀ ਕਿਸੇ ਰੇਸ਼ੇਦਾਰ ਫਸਲ ਦਾ ਨਾਮ ਤਹਿਰੀਰ ਕਰੋ। ਪਾਕਿਸਤਾਨ ਦੇ ਕਿਹਨਾਂ ਇਲਾਕਿਆਂ ਵਿੱਚ ਕਪਾਹ ਜ਼ਿਆਦਾ ਹੁੰਦੀ ਏ? ਤਰੇੜਾ ਕਿਸ ਨੂੰ ਆਖਿਆ ਜਾਂਦਾ ਏ? ਤਰੇੜਾ ਕਿਸ ਨੂੰ ਆਖਿਆ ਜਾਂਦਾ ਏ? ਕਮਾਦ ਕਿਸ ਤਰ੍ਹਾਂ ਲਗਾਇਆ ਜਾਂਦਾ ਏ? ਕਮਾਦ ਕਿਸ ਤਰ੍ਹਾਂ ਲਗਾਇਆ ਜਾਂਦਾ ਏ? ਅਗਲਾ ਸਵਾਲ, ਕਮਾਦ ਦੇ ਸੰਮੇ ਕਿੰਨੇ ਫੁੱਟ ਤੇ ਲਾਏ ਜਾਂਦੇ ਨੇ? ਅਗਲਾ ਸਵਾਲ, ਆਗ ਕਿਸ ਕੰਮ ਆਂਦੀ ਏ? ਅਲਿਫ ਮੱਦਾ ਗਾਫ, ਆਗ ਕਿਸ ਕੰਮ ਆਂਦੀ ਏ? ਅਗਲਾ ਸਵਾਲ, ਕਮਾਦ ਤੋਂ ਕਿਹੜੀਆਂ ਚੀਜ਼ਾਂ ਹਾਸਿਲ ਕੀਤੀਆਂ ਜਾਂਦੀਆਂ ਨੇ? ਸਰਕਾਰੀ ਤੌਰ ਤੇ ਪੰਜਾਬ ਦੀਆਂ ਫਸਲਾਂ ਨੂੰ ਕਿੰਨੇ ਮੌਸਮਾਂ ਵਿੱਚ ਵੰਡਿਆ ਗਿਆ ਏ? ਪਾਕਿਸਤਾਨ ਦੀਆਂ ਕੋਈ 4 ਸਿੱਟੇਦਾਰ ਫਸਲਾਂ ਦੇ ਨਾਮ ਲਿਖੋ। ਪੰਜਾਬ ਦੀਆਂ ਕੋਈ ਸਿੱਟੇਦਾਰ ਫਸਲਾਂ ਦੇ ਨਾਮ ਲਿਖੋ। ਪਾਕਿਸਤਾਨ ਦੀਆਂ 4 ਰੋਗਨ ਵਾਲੀਆਂ ਫਸਲਾਂ ਦੇ ਨਾਮ ਲਿਖੋ। ਜ਼ਰਾਅਤ ਦਾ ਤੀਸਰਾ ਜੁਜ਼ ਕਿਹੜਾ ਏ? ਜ਼ਰਾਅਤ ਦਾ ਤੀਸਰਾ ਜੁਜ਼ ਕਿਹੜਾ ਏ? ਸਾਡੇ ਕਿੰਨੇ ਤਬਕੇ ਜ਼ਰਾਅਤ ਨਾਲ ਤਾਲੁਕ ਰੱਖਦੇ ਨੇ? ਸਾਡੇ ਕਿੰਨੇ ਤਬਕੇ ਜ਼ਰਾਅਤ ਨਾਲ ਤਾਲੁਕ ਰੱਖਦੇ ਨੇ? ਅਗਲਾ ਸਵਾਲ ਲਿਖੋ, ਪੰਜਾਬ ਵਿੱਚ ਟਰੈਕਟਰ ਕਦੋਂ ਆਉਣੇ ਸ਼ੁਰੂ ਹੋਏ? ਪੰਜਾਬ ਵਿੱਚ ਟਰੈਕਟਰ ਕਦੋਂ ਆਉਣੇ ਸ਼ੁਰੂ ਹੋਏ? ਜ਼ਰਾਅਤ ਦਾ ਇੱਕ ਬਹੁਤ ਬੜਾ ਇਨਕਲਾਬ ਕਿਹੜਾ ਏ? ਜ਼ਰਾਅਤ ਦਾ ਇੱਕ ਬਹੁਤ ਬੜਾ ਇਨਕਲਾਬ ਕਿਹੜਾ ਏ? जी स्टूडेंट्स, उम्मीद है आपने इस सबक के क्वेश्चन लिख लिए होंगे। इन क्वेश्चंस को आपने अच्छी तरह किताब में से ही देख के, किताब में इनके सब के आंसर्स मौजूद हैं। किताब खोलें, ये जो आपने आंसर्स लिखे हैं आप इनको उसमें तलाश करें, इनके जवाब लिखें और आपने अपने पास से कोई क्वेश्चन का जवाब नहीं लिखना। 2 हमारे सबक जो हैं वो कंप्लीट हुए हैं और इसके बाद इंशाअल्लाह अगला सबक सजाद हैदर का है और वो है एक ड्रामा पतंगे। तो इंशाअल्लाह हम अब अगले लेक्चर में सजाद हैदर जो हैं उनके हालात ज़िंदगी और फिर जो लिखा हुआ उनका ड्रामा है पतंगे, इस पर हम काम करेंगे। सबसे पहले हम सजाद हैदर की हालात ज़िंदगी के बारे में लिख लेंगे और फिर हम जो ड्रामा है उसका मैं आपको एक तारुफ पेश करूँगी और फिर उसके जो क्वेश्चन आंसर्स हैं उसको हम करेंगे इंशाल्लाह अगले लेक्चर में। अभी हमारा लेक्चर जो था वो था ज़राअत कहानी से मुतालिक डॉक्टर बशीर बुराया का लिखा हुआ बड़ा मालूमाती सबक, जिसमें उन्होंने ज़राअत से मुतालिक एक
کہانی جو ہے اس کو بہت آسان سی زبان میں کہانی کی شکل میں ہمارے سامنے پیش کیا کہ زمین کا کل رقبہ 30 ارب ایکڑ ہے، جس کا 3/10 حصہ خشکی ہے اور باقی سب پانی ہے۔ شروع میں جو تھا وہ انسان نے وہاں رہنا شروع کیا جہاں پہ اس کو پانی میسر تھا۔ اس پانی کو حاصل کرنے کے لیے اس نے پہلے چھوٹے چھوٹے جو گڑھے تھے وہ کھودے، ان میں پانی کو جمع کیا، پھر چھوٹی چھوٹی سی اس نے کھوئیاں بنائیں، پھر اس کے بعد جھلار کا زمانہ آ گیا۔ وہ بھی جھلار جو ہے وہ بھی کنویں کی طرح ہی ہوتی ہے کہ اس میں اور کھوہ میں فرق یہ ہے کہ کھوہ جو ہوتا ہے اس کی کھدائی کرنی پڑتی ہے، جبکہ جھلار جو ہوتی ہے وہ کسی بھی برساتی نالے کے کنارے تھوڑا سا گڑھا کھود کے اس میں پانی کو جمع کر لیا جاتا ہے۔ تو زراعت کا جو دوسرا جز بتایا ہے لکھاری نے، وہ ہمیں انہوں نے بتایا ہے کہ بیج ہے، بیج اچھا ڈالیں گے فصل حاصل اچھی ہوگی، فائدہ ہوگا۔ بڑی جو پنجاب کی بڑی فصلیں ہیں اس کے بارے میں انہوں نے بتایا ہے کہ ایک گندم ہے بڑی فصل، پھر اس کے بعد مونجی ہے، پھر اس کے بعد کپاس ہے، پھر اس کے بعد یہ گنا ہے۔ یہ ہماری بڑی فصلیں ہیں۔ بڑی فصلوں سے مراد یہ ہے کہ ہماری خوراک کی ضرورت بھی یہ پوری کرتی ہیں، اور دوسرا جو کسان ہے اس کو اس سے انکم بھی اچھی حاصل ہوتی ہے۔ اس کے ساتھ ساتھ انہوں نے بتایا کہ ہمارے پاس سرکاری طور پر پنجاب کی فصلیں جو ہیں ان کو 2 موسموں میں رکھا گیا ہے، ایک ہاڑی اور ایک خریف سونی، جس کو ہم ربی اور خریف کی فصلیں کہتے ہیں۔ پھر بہت سارے فارمز انہوں نے بتائے ہیں کہ باغبانی ہے، پولٹری فارم ہے، گوٹ فارم ہے، ڈیری فارم ہے، سٹڈ فارم ہے، ڈک فارم ہے، فش فارم ہے، اور پھر آج کل شہد کی جو مکھیاں ہیں، ریشم کے کیڑے، ان کو پالنے کا بھی جو فن ہے وہ زراعت میں ہی شامل ہے۔ اور پھر انہوں نے کہا ہے کہ ہم اپنے جو فصلیں ہیں ان کو بھی 2 حصوں میں تقسیم کر سکتے ہیں۔ ایک اناج ہے یعنی سٹے دار فصلیں، سٹے دار میں گندم، مکئی، باجرہ، مونجی یہ چیزیں شامل ہیں۔ دوسری پھلی دار ہیں یعنی روغن والی، ان میں توریا، مونگ پھلی، سروں، رائی، تارا میرا، گوارا، تل، السی وغیرہ شامل ہیں، جیسے سورج مکھی، سویابین، بنولے، مکئی، توریا، سرسوں، ان کا تیل آج کل عام کھانوں میں استعمال ہو رہا ہے۔ پھر تیسری قسم کی انہوں نے ریشے دار فصلیں یعنی دھاگے والی فصلیں بتائی ہیں، جس میں کپاس ہے، سن سنکڑا ہے، پٹسن ہے، یہ چیزیں شامل ہیں۔ اس بڑی اچھی انہوں نے ایک انفارمیشن جو اس کہانی میں بیان کی ہے۔ پھر انہوں نے زراعت کا تیسرا اور اہم جز بتایا ہے جو کہ افرادی قوت ہے، یعنی جتنے لوگ ہوں گے زراعت کے شعبے سے منسلک اتنا ہی فائدہ ہوگا۔ پھر انہوں نے بتایا کہ زراعت میں جو ہے وہ بہت زیادہ انقلاب برپا ہوا۔ انقلاب کیسے برپا ہوا؟ جب زراعت میں مشینیں داخل ہو گئیں، یعنی انسان تو کام کر ہی رہے تھے لیکن ان کی کارکردگی کو بڑھانے کے لیے پھر جب زراعت میں ہم نے ٹریکٹر کو شامل کر لیا، ٹریکٹر کے ساتھ ساتھ دوسری زراعت کی چیزیں جو ہیں ان آلات کی صورت میں شامل ہوئیں، تو پھر یہ ایک بہت بڑا انقلاب جو تھا وہ ہماری زراعت میں برپا ہوا، جس کی وجہ سے ایک کسان کی جو معاشی حالت تھی وہ بہت بہتر ہو گئی۔ اگلے لیکچر میں ہم انشاءاللہ سجاد حیدر کو شروع کریں گے۔